ਸਤਿ ਸ਼੍ਰੀ ਅਕਾਲ ਜੀ। ਸ਼ਿਵ ਪੰਜਾਬੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ ਇੱਕ ਵਾਰ ਫੇਰ ਤੋਂ। ਅੱਜ ਅਸੀਂ 2015 ਦੇ ਵਿੱਚ ਜੋ ਇਮਤਿਹਾਨ ਹੋਇਆ ਸੀ ਜੁਡੀਸ਼ਰੀ ਦਾ, ਉਸ ਦੇ ਵਿੱਚ ਜੋ ਤੁਹਾਡਾ ਅਨੁਵਾਦ ਆਇਆ ਸੀ ਉਸ ਸਵਾਲ ਦਾ ਹੱਲ ਕਰਾਂਗੇ। ਅਤੇ ਇਹ ਸਵਾਲ ਜ਼ਿਆਦਾ ਮੁਸ਼ਕਲ ਵੀ ਨਹੀਂ ਸੀ ਪਰ ਬਹੁਤ ਆਸਾਨ ਵੀ ਨਹੀਂ ਸੀ। ਅਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਸਿਖਾਇਆ ਹੈ ਕਿ ਕਿਸ ਤਰ੍ਹਾਂ ਅਨੁਵਾਦ ਟ੍ਰਾਂਸਲੇਸ਼ਨ ਦੀ ਸ਼ੁਰੂਆਤ ਕਰਨੀ ਹੈ, ਤਾਂ ਜੇ ਤੁਹਾਨੂੰ ਨਹੀਂ ਪਤਾ ਹੈ ਤਾਂ ਕਿਰਪਾ ਕਰਕੇ ਮੇਰੀ ਪਹਿਲੀ ਵੀਡੀਓ ਤੇ ਜਾਓ ਦੁਬਾਰਾ ਵਾਪਸ, ਅਤੇ ਤੁਹਾਨੂੰ ਸਮਝ ਆਏਗਾ ਕਿ ਟ੍ਰਾਂਸਲੇਸ਼ਨ ਅਨੁਵਾਦ ਕਿਸ ਤਰ੍ਹਾਂ ਹੱਲ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਸਮਾਂ ਨਾ ਗਵਾਉਂਦੇ ਹੋਏ ਅਸੀਂ ਦੇਖਾਂਗੇ ਕਿ ਉਹ ਮੁੱਖ ਸ਼ਬਦ ਹੁੰਦੇ ਕੀਵਰਡਸ ਜਾਂ ਫਿਰ ਮੁਸ਼ਕਲ ਸ਼ਬਦ ਜੋ ਤੁਹਾਨੂੰ ਪਰੇਸ਼ਾਨ ਕਰਨ ਵਾਲੇ ਹਨ। ਤੇ ਅੱਜ ਮੈਂ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਾਂਗਾ ਜੇ ਤੁਹਾਨੂੰ ਕੋਈ ਸ਼ਬਦ ਨਹੀਂ ਵੀ ਪਤਾ ਤਾਂ ਵੀ ਤੁਸੀਂ ਉਸ ਸਵਾਲ ਨੂੰ ਹੱਲ ਕਰ ਸਕੋ, ਕਿਉਂਕਿ ਤੁਸੀਂ ਜੁਡੀਸ਼ਰੀ ਦਾ ਪੇਪਰ ਦੇਣ ਜਾ ਰਹੇ ਹੋ, ਜੱਜ ਬਣਨ ਜਾ ਰਹੇ ਹੋ। ਤੇ ਜੇਕਰ ਤੁਸੀਂ ਕਿਸੇ ਸ਼ਬਦ ਨੂੰ ਹੀ ਜੱਜ ਨਹੀਂ ਕਰ ਸਕਦੇ ਤਾਂ ਵੀ ਥੋੜੀ ਪਰੇਸ਼ਾਨੀ ਵਾਲੀ ਗੱਲ ਹੈ। ਪਰ ਹਾਂ, ਤੁੱਕਾ ਨਹੀਂ ਲਗਾਉਣਾ ਹੈ ਤੁਸੀਂ ਉੱਥੇ ਕਿ ਕੁਝ ਵੀ ਸੋਚ ਕੇ ਲਿਖ ਦਿੱਤਾ। ਕੁਝ ਜੁੜਿਆ ਹੋਣਾ ਚਾਹੀਦਾ ਹੈ, ਸਮਝ ਆਉਣਾ ਚਾਹੀਦਾ ਹੈ ਕਿ ਪ੍ਰਸ਼ਨ ਪੱਤਰ ਦੇ ਵਿੱਚ ਜੋ ਲਿਖਿਆ ਹੈ ਉਸ ਦਾ ਤੁਹਾਡੇ ਹੱਲ ਦੇ ਨਾਲ ਕੋਈ ਮੇਲ ਮਿਲਾਪ ਹੈ, ਜਾਂ ਫਿਰ ਤੁਸੀਂ ਬਿਲਕੁਲ ਹੀ ਕੋਈ ਅਜਿਹਾ ਸ਼ਬਦ ਪ੍ਰਯੋਗ ਕਰ ਲਿਆ ਜਿਸ ਦਾ ਕੋਈ ਇਸ ਸਵਾਲ ਦੇ ਨਾਲ ਅਰਥ ਹੀ ਨਹੀਂ ਬਣ ਸਕਦਾ। ਠੀਕ ਹੈ, ਤਾਂ ਅਪਾਰਟ ਫਰੋਮ ਬੀਇੰਗ ਅ ਯੂਨੀਕ ਰੀਡਰ, ਯੂਨੀਕ ਸ਼ਬਦ ਇੱਕ ਅਜਿਹਾ ਸ਼ਬਦ ਹੈ ਜੋ ਤੁਹਾਨੂੰ ਅੰਗਰੇਜ਼ੀ ਭਾਸ਼ਾ 'ਚ ਤਾਂ ਪਤਾ ਹੈ ਯੂਨੀਕ ਕੀ ਹੁੰਦਾ ਹੈ, ਮਤਲਬ ਸਭ ਤੋਂ ਵੱਖ। ਠੀਕ ਹੈ, ਪਰ ਪੰਜਾਬੀ ਦੇ ਵਿੱਚ ਇਸ ਲਈ ਇੱਕ ਸ਼ਬਦ ਹੈ। ਜਦੋਂ ਤੁਸੀਂ ਪੰਜਾਬੀ ਭਾਸ਼ਾ ਪੜ੍ਹੋਗੇ ਐਮਬੀਡੀ ਜਾਂ ਤੁਸੀਂ ਪੰਜਾਬੀ ਦੀ ਵਿਆਕਰਣ ਤੋਂ, ਤਾਂ ਉਸ ਦੇ ਵਿੱਚ ਬਹੁਤੇ ਸ਼ਬਦ ਦਾ ਇੱਕ ਸ਼ਬਦ ਦੇ ਵਿੱਚ ਆਉਂਦਾ ਹੈ। ਠੀਕ ਹੈ, ਤਾਂ ਉੱਥੇ ਯੂਨੀਕ ਦਾ ਅਰਥ ਦਿੱਤਾ ਹੋਇਆ ਹੈ। ਤੁਹਾਨੂੰ ਕਰਵਾਉਂਗਾ ਵੀ ਜਦ ਮੈਂ ਪੁਰਾਣੇ ਸਾਲਾਂ ਦੇ ਤੁਹਾਡੇ ਬਹੁਤੇ ਸ਼ਬਦਾਂ ਇੱਕ ਸ਼ਬਦ ਕਰਾਂਗਾ। ਪ੍ਰੋਲੀਫਿਕ ਇੱਕ ਅਜਿਹਾ ਸ਼ਬਦ ਸੀ ਜੋ ਪਰੇਸ਼ਾਨ ਕਰਨ ਵਾਲਾ ਸੀ। ਆਲਦੋ ਠੀਕ ਹੈ, ਪਤਾ ਹੋਏਗਾ ਬਹੁਤ ਸਾਰੇ ਵਿਦਿਆਰਥੀਆਂ ਨੂੰ। ਟਾਸਕ ਵੀ ਕੁਝ ਵਿਦਿਆਰਥੀਆਂ ਨੂੰ ਪਰੇਸ਼ਾਨ ਕਰ ਸਕਦਾ ਹੈ। ਐਸਟੀਮੇਟ ਹੁੰਦਾ ਹੈ ਜੀ ਅੰਦਾਜ਼ਾ। ਠੀਕ ਹੈ, ਅੰਦਾਜ਼ਾ। ਠੀਕ ਹੈ, ਅੰਦਾਜ਼ੇ ਅਨੁਸਾਰ। ਪਰੇਸ਼ਾਨ ਕੀ ਕਰੇਗਾ? ਆਰਟੀਕਲਸ, ਬਾਇਓਗ੍ਰਾਫਿਕ ਸਕੈਚੇਸ, ਪੈਂਫਲੇਟ, ਕੋਰਟ ਸਟੇਟਮੈਂਟਸ। ਠੀਕ ਹੈ, ਇਹ ਹੁਣ ਇਹਨਾਂ ਦਾ ਅਰਥ ਕੀ ਹੈ? ਅੰਗਰੇਜ਼ੀ ਭਾਸ਼ਾ ਦੇ ਵਿੱਚ ਤਾਂ ਤੁਸੀਂ ਇਹ ਸ਼ਬਦ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਪ੍ਰਯੋਗ ਕਰਦੇ ਹੋ, ਪਰ ਜਦੋਂ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਫਿਰ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ। ਤੇ ਜਦੋਂ ਮੈਂ ਸ਼ਬਦ ਦਾ ਪ੍ਰਯੋਗ ਕਰਦਾ ਹਾਂ ਨਾ, ਪਰੇਸ਼ਾਨੀ ਦਾ ਸਬਬ, ਤਾਂ ਘਬਰਾਉਣਾ ਨਹੀਂ ਹੈ। ਠੀਕ ਹੈ, ਤੁਸੀਂ ਦੇਖੋ ਉਸ ਦਾ ਹੱਲ ਕੀ ਹੈ, ਫਿਰ ਉਹ ਤੁਹਾਨੂੰ ਚੀਜ਼ ਕਦੇ ਵੀ ਪਰੇਸ਼ਾਨ ਨਹੀਂ ਕਰ ਸਕਦੀ। ਇਸ ਤੋਂ ਬਾਅਦ ਹੈ ਜੀ ਤੁਹਾਡਾ ਲਿੰਗੁਇਸਟ। ਠੀਕ ਹੈ, ਅਤੇ ਪੈਨ ਨੇਮਸ ਥੋੜਾ ਮੁਸ਼ਕਿਲ ਸੀ। ਪੀਰੀਓਡਿਕਲਸ। ਠੀਕ ਹੈ, ਤੇ ਇਸ ਤਰ੍ਹਾਂ ਤੁਹਾਡੇ ਇਹ ਕੁਝ ਸ਼ਬਦ ਹਨ ਜੋ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ। ਅਤੇ ਪਰੇਸ਼ਾਨ ਕਿਸ ਤਰ੍ਹਾਂ ਕਰਨਗੇ ਕਿ ਤੁਸੀਂ ਸ਼ੁਰੂ ਤਾਂ ਕਰ ਲਓਗੇ ਇਸ ਸਵਾਲ ਨੂੰ, ਪਰ ਜਦੋਂ ਤੁਸੀਂ ਵਿਚਾਲੇ ਪਹੁੰਚ ਜਾਓਗੇ, ਲਗਭਗ ਅੱਧੀ ਕਰ ਲਓਗੇ, ਤਾਂ ਤੁਹਾਨੂੰ ਸਮਝ ਨਹੀਂ ਆਏਗਾ ਕਿ ਯਾਰ ਇਹ ਸ਼ਬਦ ਦਾ ਕੀ ਅਰਥ ਹੈ, ਉਸ ਸ਼ਬਦ ਦਾ ਕੀ ਅਰਥ ਹੈ, ਤਾਂ ਉਸ ਦਾ ਹੱਲ ਕਿਵੇਂ ਹੋ ਸਕਦਾ ਹੈ। ਤੁਹਾਡੀ ਮਦਦ ਕਰਨ ਲਈ ਮੈਂ ਆਇਆ ਹਾਂ। ਠੀਕ ਹੈ, ਤੇ ਜ਼ਿਆਦਾ ਸਮਾਂ ਨਹੀਂ ਗਵਾਉਂਦਾ ਮੈਂ ਅੱਜ ਦੀ ਵੀਡੀਓ ਦੇ ਵਿੱਚ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਬਹੁਤ ਸਾਰੀ ਜਾਣਕਾਰੀ ਦੇ ਚੁੱਕਾ ਹਾਂ ਕਿਵੇਂ ਸ਼ੁਰੂ ਕਰਨਾ ਹੈ। ਤਾਂ ਅਪਾਰਟ ਫਰੋਮ ਬੀਇੰਗ ਅ ਯੂਨੀਕ ਰੀਡਰ, ਯੂਨੀਕ ਸ਼ਬਦ ਦਾ ਅਰਥ ਲਿਖ ਲਓ ਵਿਲੱਖਣ। ਤਾਂ ਪਹਿਲਾ ਸ਼ਬਦ ਹੈ ਜੀ ਵਿਲੱਖਣ। ਠੀਕ ਹੈ, ਆਲਦੋ ਹੁੰਦਾ ਹੈ ਹਾਲਾਂਕਿ। ਪ੍ਰੋਲੀਫਿਕ ਦਾ ਅਰਥ ਹੈ, ਜੇ ਦੂਜਾ ਸ਼ਬਦ ਪ੍ਰੋਲੀਫਿਕ ਲਿਖੀਏ, ਪ੍ਰੋਲੀਫਿਕ ਨੂੰ ਤੁਸੀਂ ਉੱਤਮ ਵੀ ਲਿਖ ਸਕਦੇ ਹੋ, ਉੱਤਮ, ਸਭ ਤੋਂ ਵਧੀਆ ਵੀ ਲਿਖ ਸਕਦੇ ਹੋ, ਜਾਂ ਫਿਰ ਤੁਸੀਂ ਪ੍ਰੋਲੀਫਿਕ ਨੂੰ ਲਿਖ ਸਕਦੇ ਹੋ ਉੱਗੇ। ਠੀਕ ਹੈ, ਉੱਗੇ ਪੰਜਾਬੀ ਦੇ ਵਿੱਚ। ਹੁਣ ਇਹ ਸ਼ਬਦ ਦਾ ਅਰਥ ਕੀ ਹੈ? ਤੁਸੀਂ ਇੰਟਰਨੈਟ ਤੇ ਜਾਓ, ਉੱਤਮ ਤੁਹਾਨੂੰ ਪਤਾ ਹੈ ਵਧੀਆ, ਉੱਗੇ ਨੇਤਾ। ਠੀਕ ਹੈ, ਜੋ ਬਹੁਤ ਵਧੀਆ, ਸਭ ਤੋਂ ਵੱਖ ਹੋਵੇ, ਸਭ ਨੂੰ ਪਤਾ ਹੋਵੇ ਕੌਣ ਹੈ ਇਹ। ਟਾਸਕ ਹੁੰਦਾ ਹੈ ਜੀ ਕੰਮ, ਇਹ ਤਾਂ ਸਭ ਨੂੰ ਪਤਾ ਹੈ। ਮਾਫ ਕਰਿਓ, ਟਾਸਕ ਹੁੰਦਾ ਹੈ ਜੀ ਤੁਹਾਡਾ ਕੰਮ। ਐਸਟੀਮੇਟ ਹੁੰਦਾ ਹੈ ਜੀ ਅੰਦਾਜ਼ਾ। ਅੰਦਾਜ਼ਾ ਚੌਥਾ ਸ਼ਬਦ ਸੀ ਜੀ, ਤੀਜਾ ਇਹ ਸੀ। ਤਾਂ ਇਹ ਸਾਰੇ ਸ਼ਬਦ ਮੈਂ ਤੁਹਾਨੂੰ ਲਿਖਵਾਵਾਂਗਾ। ਲਿੰਗੁਇਸਟਿਕ ਹੈ ਪੰਜਵਾਂ ਸ਼ਬਦ। ਲਿੰਗੁਇਸਟਿਕ ਹੁੰਦਾ ਹੈ ਭਾਸ਼ਾ ਵਿਗਿਆਨੀ ਜਾਂ ਗਿਆਨੀ। ਭਾਸ਼ਾ ਗਿਆਨੀ ਵੀ ਲਿਖ ਸਕਦੇ ਹੋ, ਵਿਗਿਆਨੀ ਵੀ ਲਿਖ ਸਕਦੇ ਹੋ, ਕੋਈ ਗਲਤ ਨਹੀਂ ਹੈ, ਉਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ। ਤੇ ਪੈਨ ਨੇਮਸ ਹੁੰਦਾ ਹੈ ਜੀ ਉਪਨਾਮ। ਠੀਕ ਹੈ, ਜੇ ਤੁਸੀਂ ਖੁਦ ਵੀ ਇਸ ਸਵਾਲ ਦਾ ਉੱਤਰ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਰੋਕੋ,
खुद शुरू करो। जब ਤੁਹਾਡਾ ਉੱਤਰ ਸਾਰਾ ਹੱਲ ਹੋ ਜਾਏ ਫਿਰ ਵੀਡੀਓ ਨੂੰ ਦੁਬਾਰਾ ਦੇਖੋ, ਫਿਰ ਤੁਹਾਨੂੰ ਇਸ ਦਾ ਜ਼ਿਆਦਾ ਫਾਇਦਾ ਮਿਲੇਗਾ। ਮੈਂ ਬਾਰ-ਬਾਰ ਦੁਹਰਾਉਣਾ ਹਾਂ ਹਰ ਲੈਕਚਰ ਦੇ ਵਿੱਚ, ਕਿਉਂਕਿ ਇਸ ਦਾ ਕਾਰਨ ਇਹ ਹੈ, ਜੇਕਰ ਤੁਸੀਂ ਪਹਿਲਾਂ ਖੁਦ ਕਿਸੇ ਸਵਾਲ ਨੂੰ ਕਰੋਗੇ, ਜਦੋਂ ਤੁਸੀਂ ਦੁਬਾਰਾ ਉਸ ਨੂੰ ਮੇਰੇ ਨਾਲ ਦੇਖ ਕੇ ਕਰੋਗੇ, ਤੁਹਾਨੂੰ ਸਮਝ ਆਏਗਾ ਕਿ ਮੈਂ ਕਿੱਥੇ-ਕਿੱਥੇ ਕੀ ਗਲਤੀ ਕੀਤੀ ਸੀ, ਤੇ ਉਸ ਦਾ ਜ਼ਿਆਦਾ ਫਾਇਦਾ ਹੋਏਗਾ। ਇੱਕ ਤਰੀਕੇ ਨਾਲ ਤੁਹਾਡੀ ਰਿਵੀਜ਼ਨ ਹੋ ਜਾਏਗੀ, ਜੇ ਮੈਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਹਾਂ, ਠੀਕ ਹੈ। ਰਿਵੀਜ਼ਨ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਹਾਂ, ਤੁਸੀਂ ਇੱਕ ਵਾਰ ਮੇਰਾ ਉੱਤਰ ਦੇਖਿਆ, ਲਿਖ ਲਿਆ, ਉਸ ਦਾ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ, ਕਿਉਂਕਿ ਤੁਹਾਨੂੰ ਸਮਝ ਹੀ ਨਹੀਂ ਆਏਗਾ ਕਿ ਹੋ ਕੀ ਗਿਆ ਹੈ, ਠੀਕ ਹੈ। ਤੇ ਇਸ ਗੱਲ ਦਾ ਧਿਆਨ ਰੱਖਿਓ। ਤਾਂ ਮੈਂ ਇਸ ਦਾ ਉੱਤਰ ਸ਼ੁਰੂ ਕਰਦਾ ਹਾਂ ਜੀ। ਅਪਾਰਟ ਫਰੋਮ ਬੀਇੰਗ ਅ ਯੂਨੀਕ ਰੀਡਰ, ਭਗਤ ਸਿੰਘ ਵਾਸ ਅ ਪ੍ਰੋਲਿਫਿਕ ਰਾਈਟਰ ਟੂ। ਤਾਂ ਇਸ ਦਾ ਉੱਤਰ ਸ਼ੁਰੂ ਹੋਏਗਾ ਜੀ, ਇੱਕ ਵਿਲੱਖਣ ਰੀਡਰ ਹੁੰਦਾ ਹੈ ਜੀ ਪਾਠਕ। ਇੱਕ ਵਿਲੱਖਣ ਪਾਠਕ ਹੋਣ ਤੋਂ ਇਲਾਵਾ, ਵਿਲੱਖਣ ਦੇ ਵਿੱਚ ਅਦਕ ਜੋ ਤੁਹਾਡੀ ਹੈ ਕੁਝ ਇੱਥੇ ਆਏਗੀ, ਠੀਕ ਹੈ, ਜ਼ਿਆਦਾ ਅੱਗੇ ਲੈ ਜਾਓ। ਪਾਠਕ ਹੋਣ ਤੋਂ ਇਲਾਵਾ ਭਗਤ ਸਿੰਘ, ਠੀਕ ਹੈ। ਤੁਸੀਂ ਜੀ ਦਾ ਪ੍ਰਯੋਗ ਕਰ ਸਕਦੇ ਹੋ, ਪਰ ਮੇਰੀ ਸਲਾਹ ਹੈ ਨਾ ਕਰੋ, ਕਿਉਂਕਿ ਅੰਗਰੇਜ਼ੀ ਭਾਸ਼ਾ ਚ ਅਨੁਵਾਦ ਕਰ ਰਹੇ ਹੋ ਤੇ ਭਗਤ ਸਿੰਘ ਸਾਡੇ ਹੁਣ ਤਾਂ ਸਾਡੇ ਹਾਣ ਦੇ ਹੀ ਹੋਣਗੇ। ਹਾਂ, ਬਹੁਤ ਜ਼ਿਆਦਾ ਸਤਿਕਾਰ ਹੈ ਉਹਨਾਂ ਦਾ। ਜਿਵੇਂ ਗੁਰੂ ਨਾਨਕ ਦੇਵ ਜੀ ਦੇ ਉੱਤੇ ਕੋਈ ਤੁਹਾਨੂੰ ਜੇਕਰ ਆਇਆ ਹੈ, ਪਹਿਲਾਂ ਵੀ ਆਇਆ ਹੈ ਗੁਰੂ ਨਾਨਕ ਦੇਵ ਜੀ ਦੇ ਉੱਤੇ ਇੱਕ ਅਨੁਵਾਦ, ਤਾਂ ਤੁਸੀਂ ਉੱਥੇ ਜੀ ਦਾ ਪ੍ਰਯੋਗ ਕਰ ਸਕਦੇ ਹੋ। ਪਰ ਹਾਂ, ਭਗਤ ਸਿੰਘ ਦੇ ਲੇਖ ਦੇ ਵਿੱਚ ਤੁਸੀਂ ਜੀ ਦਾ ਪ੍ਰਯੋਗ ਨਹੀਂ ਵੀ ਕਰੋਗੇ ਤਾਂ ਵੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ, ਠੀਕ ਹੈ। ਇੱਕ ਵਿਲੱਖਣ ਪਾਠਕ ਹੋਣ ਤੋਂ ਇਲਾਵਾ ਭਗਤ ਸਿੰਘ, ਦੇਖੋ ਇਹ ਦੋ ਆਰਟੀਕਲ ਹੈ ਅੰਗਰੇਜ਼ੀ ਭਾਸ਼ਾ ਦੇ, ਤੇ ਇਹਨਾਂ ਦਾ ਪ੍ਰਯੋਗ ਕਰਨਾ ਹੈ। ਮੈਂ ਪਹਿਲਾਂ ਵੀ ਇੱਕ ਲਿਖਿਆ, ਦੁਬਾਰਾ ਵੀ ਲਿਖਣਾ ਹੈ। ਤੇ ਅੱਜ ਦਾ ਜੋ ਗਿਆਨ ਹੈ, ਸਭ ਤੋਂ ਪਹਿਲਾ ਗਿਆਨ ਸੀ ਤੁਹਾਡੇ ਲਈ ਪਹਿਲੀ ਜਾਣਕਾਰੀ, ਕਿ ਜੇਕਰ ਤੁਹਾਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ 100 ਲਿਖਿਆ ਹੋਵੇ ਤਾਂ ਪੰਜਾਬੀ 'ਚ 100 ਲਿਖਣਾ ਪਏਗਾ। ਗਣਿਤ ਦੇ ਵਿੱਚ, ਮੈਥਮੈਟਿਕਸ ਦੇ ਵਿੱਚ 100 ਲਿਖਿਆ ਹੋਵੇ ਤਾਂ ਪੰਜਾਬੀ ਵਿੱਚ ਵੀ 100 ਮੈਥਮੈਟੀਕਲ ਫਾਰਮ 'ਚ ਲਿਖੋ। ਪੰਜਾਬੀ ਭਾਸ਼ਾ 'ਚ ਲਿਖਣ ਦੀ ਕੋਈ ਜ਼ਰੂਰਤ ਨਹੀਂ ਹੈ। ਤੇ ਅੱਜ ਦਾ ਗਿਆਨ ਕੀ ਹੈ? ਕੋਮਾ, ਠੀਕ ਹੈ। ਜਿੰਨੇ ਵੀ ਕੋਮਾ ਹੋਣ ਤੁਹਾਡੇ, ਇਨਵਰਟਡ ਕੋਮਾ ਹੋਣ, ਸਾਈਨ ਆਫ ਐਕਸਕਲਾਮੇਟਰੀ, ਅੰਗਰੇਜ਼ੀ ਭਾਸ਼ਾ 'ਚ ਮਿਲਾ ਤੁਸੀਂ ਜ਼ਿਆਦਾ ਛੇਤੀ ਸਮਝ ਜਾਓਗੇ। ਪੰਜਾਬੀ 'ਚ ਕੋਮਾ ਨੂੰ ਕਾਮਾ ਹੀ ਕਹਿੰਦੇ ਹਾਂ, ਪਰ ਜੇ ਤੁਸੀਂ ਸਾਈਨ ਆਫ ਐਕਸਕਲਾਮੇਟਰੀ ਦੇਖੋ, ਉਸ ਨੂੰ ਕਹਿੰਦੇ ਹਾਂ ਵਿਸਮਿਕ ਚਿੰਨ੍ਹ। ਵਿਸਮਿਕ ਹੁੰਦਾ ਹੈ ਹੈਰਾਨੀ ਕਰਨ ਵਾਲਾ, ਠੀਕ ਹੈ। ਤਾਂ ਇਹਨਾਂ ਚਿੰਨ੍ਹਾਂ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਚਿੰਨ੍ਹ ਕਦੋਂ ਕਦੋਂ ਆ ਰਹੇ ਹਨ, ਉਹਨਾਂ ਦਾ ਪ੍ਰਯੋਗ ਕਿੱਦਾਂ ਕਰਨਾ ਹੈ। ਭਗਤ ਸਿੰਘ, ਇਸ ਤੋਂ ਬਾਅਦ ਕੋਮਾ ਆਏਗਾ ਜੀ, ਠੀਕ ਹੈ, ਕਿਉਂਕਿ ਇਹ ਗਲਤੀ ਕਰੋਗੇ ਤਾਂ ਵੀ ਅੱਧਾ ਨੰਬਰ ਕੱਟ ਜਾਏਗਾ। ਇੱਕ, ਕਈ ਵਿਦਿਆਰਥੀ ਇੱਕ ਦੇ ਉੱਤੇ ਅਦਕ ਦਾ ਪ੍ਰਯੋਗ ਨਹੀਂ ਕਰਦੇ, ਤੁਸੀਂ ਨਹੀਂ ਕਰਦੇ ਤਾਂ ਨਾ ਕਰੋ। ਜੇ ਕਰਦੇ ਹੋ ਤਾਂ ਸਾਰੇ ਇੱਕ, ਜਦੋਂ ਵੀ ਲਿਖੋਗੇ ਇੱਕ ਅਦਕ ਦਾ ਪ੍ਰਯੋਗ ਕਰੋ। ਇੱਕ ਉੱਤਮ ਰਾਈਟਰ ਹੁੰਦਾ ਹੈ ਜੀ ਲੇਖਕ ਵੀ ਸਨ। ਤੇ ਮੈਂ ਤੁਹਾਨੂੰ ਦੱਸਿਆ ਸੀ ਨਾ, ਦੂਜਾ ਮੇਰਾ ਗਿਆਨ ਸੀ ਤੁਹਾਡੇ ਲਈ, ਜੋ ਜਾਣਕਾਰੀ ਸੀ, ਕਿ ਜੇ ਪਾਸਟ ਟੈਂਸ ਹੈ, ਭੂਤਕਾਲ ਹੈ, ਭੂਤਕਾਲ 'ਚ ਲਿਖੋ, ਵਰਤਮਾਨ ਹੈ, ਵਰਤਮਾਨ 'ਚ ਲਿਖੋ, ਕਿਉਂਕਿ ਜੇਕਰ ਤੁਸੀਂ ਅਜਿਹਾ ਨਹੀਂ ਕਰ ਰਹੇ ਤਾਂ ਤੁਹਾਡਾ ਅਨੁਵਾਦ ਸਹੀ ਨਹੀਂ ਮੰਨਿਆ ਜਾਵੇਗਾ, ਠੀਕ ਹੈ। ਤਾਂ ਇਹ ਛੋਟੀਆਂ ਗਲਤੀਆਂ ਦਾ ਜੇ ਧਿਆਨ ਰੱਖੋਗੇ ਤਾਂ ਵਧੀਆ ਅੰਕ ਆਣਗੇ। ਆਲਦੋ ਹੁੰਦਾ ਹੈ ਹਾਲਾਂਕਿ, ਠੀਕ ਹੈ। ਹਾਲਾਂਕਿ ਇਟ ਇਜ਼ ਡਿਫਿਕਲਟ ਟਾਸਕ ਟੂ ਨੋ ਦਾ ਐਗਜ਼ੈਕਟ ਹੁੰਦਾ ਹੈ ਸਟੀਕ, ਠੀਕ ਹੈ, ਜਾਂ ਸਹੀ ਨੰਬਰ ਆਫ ਹਿਸ ਰਾਈਟਿੰਗ। ਹਾਲਾਂਕਿ ਉਹਨਾਂ ਦੀਆਂ ਲਿਖਤਾਂ ਦੀ ਸਹੀ, ਹਾਲਾਂਕਿ ਉਹਨਾਂ ਦੀ ਲਿਖਤਾਂ ਦੀ ਸਹੀ ਗਿਣਤੀ ਨੂੰ ਜਾਣਨਾ, ਠੀਕ ਹੈ। ਜਾਣਨਾ ਤੁਸੀਂ ਬੋਲਦੇ ਹੋ, ਮੈਂ ਉਸਨੂੰ ਜਾਣਦਾ ਹਾਂ, ਤਾਂ ਜਾਣਨਾ ਜੋ ਸ਼ਬਦ ਹੈ ਉਹ ਬਣਿਆ ਹੈ ਜਾਣੂ ਤੋਂ, ਠੀਕ ਹੈ। ਸ਼ਬਦ ਹੈ ਜਾਣੂ। ਜਾਣੂ ਕੀ ਹੁੰਦਾ ਹੈ? ਨੋਨ। ਤਾਂ ਜਾਣਨਾ ਇਸ ਤੋਂ ਹੀ ਬਣਿਆ, ਤਾਂ ਨਾਣਾ ਪਹਿਲਾਂ ਆਏਗਾ, ਨੰਨਾ ਬਾਅਦ ਵਿੱਚ, ਠੀਕ ਹੈ। ਇਹ ਚੀਜ਼ ਦਾ ਪੰਜਾਬੀ ਭਾਸ਼ਾ ਦੇ ਵਿੱਚ ਧਿਆਨ ਰੱਖਿਓ। ਜਾਣਨਾ ਮੂਲ ਸ਼ਬਦ ਹੈ ਜਾਣੂ, ਠੀਕ ਹੈ, ਤਾਂ ਉਸ ਤੋਂ ਬਣਿਆ ਜਾਣਨਾ। ਹਾਲਾਂਕਿ ਉਹਨਾਂ ਦੀਆਂ ਲਿਖਤਾਂ ਦੀ ਸਹੀ ਗਿਣਤੀ ਨੂੰ ਜਾਣਨਾ ਮੁਸ਼ਕਲ ਕੰਮ ਹੈ। ਇੱਥੇ ਇੱਕ ਮੁਸ਼ਕਲ ਕੰਮ ਨਾ ਲਿਖ ਦਿਓ, ਨਹੀਂ ਲਿਖਿਆ, ਠੀਕ ਹੈ। ਅ ਡਿਫਿਕਲਟ ਟਾਸਕ ਨਹੀਂ ਲਿਖਿਆ, ਸਿਰਫ ਇਟ ਇਜ਼ ਡਿਫਿਕਲਟ ਟਾਸਕ, ਠੀਕ ਹੈ। ਜਾਣਨਾ ਮੁਸ਼ਕਲ ਕੰਮ ਹੈ।
ਤੋਂ ਬਾਅਦ ਕੌਮਾ ਹੈ ਜੀ, ਹਾਂ। ਯੈਟ, ਪਰ, ਐਜ਼ ਪਰ ਸਮ ਐਸਟੀਮੇਟ, ਕੁਝ ਅੰਦਾਜ਼ੇ ਅਨੁਸਾਰ, ਦ ਨੰਬਰ ਆਫ ਥੀਸ ਲੈਟਰਸ, ਪਰ ਕੁਝ ਦੇਖੋ, ਕੁਝ ਦੇ ਉੱਤੇ ਅੱਧਕ ਕੁਝ ਵਿਦਿਆਰਥੀ ਪਾਉਂਦੇ ਹਨ, ਕੁਝ ਨਹੀਂ ਪਾਉਂਦੇ ਹਨ। ਜੋ ਪੰਜਾਬੀ ਭਾਸ਼ਾ ਦੀ ਨਵੀਨ ਵਿਆਕਰਣ ਹੈ, ਲੇਟੈਸਟ ਗ੍ਰਾਮਰ ਹੈ, ਉਸ ਦੇ ਵਿੱਚ ਅੱਧਕ ਦਾ ਪ੍ਰਯੋਗ ਨਹੀਂ ਕੀਤਾ ਗਿਆ ਹੈ, ਤਾਂ ਮੈਂ ਤੁਹਾਨੂੰ ਇਹ ਸਲਾਹ ਦੇਵਾਂਗਾ ਤੁਸੀਂ ਵੀ ਇਸ ਦਾ ਪ੍ਰਯੋਗ ਨਾ ਕਰੋ। ਮੈਨੂੰ ਵੀ ਆਦਤ ਪਏਗੀ ਹੌਲੀ ਹੌਲੀ, ਠੀਕ ਹੈ। ਪਰ ਕੁਝ ਅੰਦਾਜ਼ਿਆਂ ਅਨੁਸਾਰ, ਐਸ ਪਰ ਸਮ ਐਸਟੀਮੇਟਸ, ਅੰਦਾਜ਼ਿਆਂ ਅਨੁਸਾਰ, yet as per some estimates the number of these letters in a नंबर बाद भी आएगा, पहला लेटर्स होएगा जी पत्तर, इना पत्रा, ठीक है, पत्तर भी लेटर भेजते हो, पत्रा। आर्टिकल्स होंगे है जी लेख, थोड़े अखबार भी आते हैं, लेखा, आर्टिकल्स है लेखा। प्लूरल ਨੂੰ प्लूरल ਚ ਰਹਿਣ ਦਿਓ, ਜੇ ਬਹੁਵਚਨ ਹੈ ਤਾਂ ਬਹੁਵਚਨ ਰਹਿਣ ਦਿਓ, ਇੱਕ ਵਚਨ ਹੈ ਸਿੰਗੂਲਰ ਹੈ ਤਾਂ ਇੱਕ ਵਚਨ ਰਹਿਣ ਦਿਓ। ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਇਮਤਿਹਾਨ ਦੇ ਵਿੱਚ। ਆਰਟੀਕਲਸ ਬਾਇਓਗ੍ਰਾਫੀਕਲ ਸਕੈਚਸ ਹੁੰਦੇ ਹੈ, ਜੀਵਨੀ ਦੇ ਚਿੱਤਰ, ਜੀਵਨੀ ਦੇ ਚਿੱਤਰਾਂ। ਪੈਂਫਲੇਟਸ ਹੁੰਦੇ ਹੈ ਜੀ ਵੇਰਵੇ, ਵੇਰਵਿਆਂ, ਕੋਮਾ। एक मिनट बाद देख ला कि तुसी इस तो थले देख पाओगे। हाँ, इस तो बाद भी एक होर मैं सतर लिखा, एक होर लाइन लिखा, तुसी देख पाओगे। पैम्फलेट्स कोर्ट स्टेटमेंट होंगे हैं जी, अदालती बयान, अदालती बयाना, कोमा एक्सेट्रा। अच्छा, कोमा नहीं आएगा, आद, इस तो बाद आएगा आद। एक्सेट्रा होंगे है पंजाबी दे विच आद, ठीक है। आद दी गिनती हुण आएगा, दी गिनती नंबर, दी गिनती seems to be more than 100। आद दी गिनती 100, 100 ਨੂੰ ਸੱਸੇ ਚ ਕਨੋੜਾ ਹੈ, ਠੀਕ ਹੈ। ਜੇ ਤੁਸੀਂ 100 ਗਲਤ ਲਿਖਦਾ ਹੋ, ਇੱਕ ਨੰਬਰ ਤੁਹਾਡਾ ਕੱਟ ਲਏਗਾ ਉੱਥੇ। 100 ਤੋਂ ਵੱਧ ਜਾਪਦੀ ਹੈ, seems ਹੁੰਦਾ ਹੈ ਜਾਪਣਾ, ਠੀਕ ਹੈ, ਜਾਪਦੀ ਹੈ। ਤਾਂ ਇਹ ਇੱਥੇ ਤੱਕ ਅਸੀਂ ਕਰ ਲਿਆ ਹੈ ਜੀ। ਤੁਸੀਂ ਦੇਖ ਸਕਦੇ ਹੋ ਬੜੇ ਆਰਾਮ ਦੇ ਨਾਲ ਮੈਂ ਲਿਖਿਆ ਹੈ ਇਸ ਨੂੰ, ਜ਼ਿਆਦਾ ਮੁਸ਼ਕਿਲ ਨਹੀਂ ਸੀ, ਪਰ ਸ਼ਬਦ ਥੋੜੀ ਜ਼ਿਆਦਾ ਮੁਸ਼ਕਿਲ ਸੀ ਕਿਉਂਕਿ ਇਹ ਅਜਿਹੀ ਟ੍ਰਾਂਸਲੇਸ਼ਨ ਸੀ, ਅਨੁਵਾਦ ਸੀ ਜੋ ਵਕੀਲ ਲਈ ਤਾਂ ਸੌਖੀ ਹੈ, ਹਰ ਕੋਈ ਨਹੀਂ ਕਰ ਸਕੇਗਾ ਕਿਉਂਕਿ ਹਰ ਕੋਈ ਮਨੁੱਖ ਇਹ ਨਹੀਂ ਜਾਣਦਾ ਕਿ ਬਾਇਓਗ੍ਰਾਫੀਕਲ ਸਕੈਚਸ ਕੀ ਹੁੰਦੇ ਆ, ਆਰਟੀਕਲਸ ਕੀ ਹੁੰਦੇ ਆ, ਪੈਂਫਲੇਟਸ ਕੀ ਹੁੰਦੇ ਹਨ, ਕੋਰਟ ਸਟੇਟਮੈਂਟਸ ਕੀ ਹੁੰਦੀਆਂ ਹਨ, ਲੈਟਰਸ ਕੀ ਹੁੰਦੇ ਹਨ, ਠੀਕ ਹੈ। ਤਾਂ ਇਸ ਤਰ੍ਹਾਂ ਦੇ ਸ਼ਬਦ ਹੀ ਪਰੇਸ਼ਾਨ ਕਰ ਸਕਦੇ ਹਨ, ਪਰ ਹਾਂ ਅਨੁਵਾਦ ਬਹੁਤ ਵਧੀਆ ਸੀ। ਅਪਾਰਟ ਫਰੋਮ ਬੀਇੰਗ ਅ ਯੂਨੀਕ ਰੀਡਰ, ਇੱਕ ਵਿਲੱਖਣ ਪਾਠਕ ਹੋਣ ਤੋਂ ਇਲਾਵਾ ਭਗਤ ਸਿੰਘ ਇੱਕ ਉੱਘੇ ਲੇਖਕ ਵੀ ਸਨ, ਉੱਤਮ ਲੇਖਕ ਵੀ ਸਨ। ਹਾਲਾਂਕਿ ਉਹਨਾਂ ਦੀਆਂ ਲਿਖਤਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਇੱਕ ਮੁਸ਼ਕਲ ਕੰਮ ਹੈ। ਮੁਸ਼ਕਲ ਲਿਖ ਸਕਦੇ ਹੋ, ਔਖਾ ਵੀ ਲਿਖ ਸਕਦੇ ਹੋ, ਠੀਕ ਹੈ। ਪਰ ਐਸ ਪਰ ਕੁਝ ਅੰਦਾਜ਼ੇ ਅਨੁਸਾਰ ਇਹਨਾਂ ਪੱਤਰਾਂ, ਲੇਖਾਂ, ਜੀਵਨੀ ਦੇ ਚਿੱਤਰਾਂ, ਪੈਂਫਲੇਟਸ, ਕੋਰਟ ਸਟੇਟਮੈਂਟ ਦੇ ਅਦਾਲਤੀ ਬਿਆਨਾਂ ਦੀ ਗਿਣਤੀ 100 ਤੋਂ ਵੱਧ ਜਾਪਦੀ ਹੈ। ਇੱਕ ਵਾਰ ਤੁਸੀਂ ਇੱਥੇ ਤੱਕ ਲਿਖ ਲਓ, ਇਸ ਤੋਂ ਬਾਅਦ ਮੈਂ ਇਸ ਨੂੰ ਮਿਟਾ ਕੇ ਅੱਗੇ ਵਧਾਂਗਾ, ਜਾਂ ਤੁਸੀਂ ਵੀਡੀਓ ਪਿੱਛੇ ਵੀ ਕਰ ਸਕਦੇ ਹੋ। ਮੈਂ YouTube ਤੇ ਪਹਿਲਾਂ ਕਦੇ ਪੜ੍ਹਾਇਆ ਨਹੀਂ ਹੈ ਜੀ, ਤਾਂ ਜਦੋਂ ਬਾਅਦ ਵਿੱਚ ਵੀਡੀਓ ਦੇਖਦਾ ਹਾਂ ਫਿਰ ਸਮਝ ਆਉਂਦਾ ਹੈ ਕਿ ਇਸ ਵਿੱਚ ਕੀ ਕੀ ਸੁਧਾਰ ਕੀਤੇ ਜਾ ਸਕਦੇ ਹਨ। ਜੇਕਰ ਤੁਹਾਨੂੰ ਕੋਈ ਅਜਿਹੀ, ਤੁਸੀਂ ਮੈਨੂੰ ਕੋਈ ਸਲਾਹ ਦੇਣੀ ਚਾਹੋ ਜਿਸ ਨਾਲ ਇਸ ਵੀਡੀਓ ਨੂੰ ਹੋਰ ਵਧੀਆ ਬਣਾਇਆ ਜਾ ਸਕੇ, ਜੀ ਆਇਆਂ ਨੂੰ ਜੀ, ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਕਿਉਂਕਿ ਮੈਂ ਵੀ ਚਾਹੁੰਦਾ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਮਦਦ ਹੋਵੇ, ਕਿਉਂਕਿ ਜ਼ਿਆਦਾਤਰ ਵਿਦਿਆਰਥੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੁੰਦੇ ਹਨ ਕਿ ਇਹ ਸਵਾਲ ਕਰਨੇ ਕਿੱਦਾਂ ਹਨ, ਠੀਕ ਹੈ। ਤਾਂ ਤੁਸੀਂ ਨਿਸ਼ਚਿੰਤ ਰਹੋ, ਤੁਹਾਨੂੰ ਸਾਰੇ ਪੁਰਾਣੇ ਸਵਾਲਾਂ ਦੇ ਉੱਤਰ ਮੈਂ YouTube ਤੇ ਹੱਲ ਕਰਵਾਵਾਂਗਾ। ਪਰ ਹਾਂ, ਮੇਰੀ ਦੁਆ ਹੈ ਕਿ ਤੁਹਾਨੂੰ ਇਸ ਮਿਹਨਤ ਦਾ ਫਲ ਜ਼ਰੂਰ ਮਿਲੇ ਜੀ, ਠੀਕ ਹੈ। ਅੱਗੇ ਹੈ ਜੀ, being a linguist he was good at Hindi, Urdu, Punjabi and English। ਦੇਖੋ ਵਿਆਕਰਣ ਦੀ ਗਲਤੀ ਹੈ, ਕਦੇ ਵੀ ਭਾਸ਼ਾਵਾਂ ਜਾਂ ਕੁਝ ਅਜਿਹੇ ਨਾਮ ਇਕੱਠੇ ਨਹੀਂ ਲਿਖੇ ਜਾਂਦੇ। ਜਦੋਂ ਵੀ ਨਾਮ ਹੁੰਦਾ ਹੈ ਨਾउन, सर्वनाम कहते हैं, संज्ञा माफ कीजिए, संज्ञा कहते हैं इसको हिंदी में, मेरी हिंदी इतनी अच्छी नहीं है। तो ਜਦੋਂ ਤੁਸੀਂ ਦੇਖੋਗੇ ਨਾ ਤਾਂ ਵਿੱਚ ਕੋਮਾ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ, ਠੀਕ ਹੈ। being a linguist he was good at
हिंदी उर्दू पंजाबी एंड इंग्लिश अलाइक, अलाइक ਹੁੰਦਾ ਹੈ ਵਿੱਚ ਵੀ। बीइंग अ लिंग्विस्ट एक भाषा विज्ञानी भी लिख सकते हो, ज्ञानी भी लिख सकते हो, ज्ञानी ज़्यादा वधिया रहेगा, ठीक है। एक भाषा में ज्ञानी लिखा है, एक भाषा विज्ञानी होने के नाते वो देखो पहला हिंदी लिखे है, तुसी भी पहला हिंदी लिखो, उर्दू है उस तो बाद उर्दू लिखो, ठीक है। ओ हिंदी उर्दू पंजाबी ਅਤੇ ਐਂਡ अंग्रेजी ਵਿੱਚ ਵੀ ਮਾਹਰ ਸਨ। माहर आएगा एक्सपर्ट, ठीक है। तो एक्सपर्ट नहीं लिखा है, गुड लिखा है, चंगे सन, ठीक है। चंगे सन की थां ते माहर भी लिख सकते हो, कोई गलती नहीं है। पर माहर शब्द का जो अंग्रेजी भाषा च अनुवाद करना होवे वो हुंदा है एक्सपर्ट। हिंदी में भी आप कहते हो माहिर, ठीक है। पर इत्थे गुड है तो मैं चंगा शब्द प्रयोग करना ज़्यादा वधिया समझांगा जी। अगे ही ऑल्सो न्यू संस्कृत एंड बंगाली। ओ संस्कृत ਅਤੇ बंगाली भी जानते सन, ठीक है। इत्थे भाषा लिखण की कोई जरूरत नहीं है, उत्थे लैंग्वेज नहीं उसने लिखा किते भी, ठीक है। जो लैंग्वेज लिखदा ही ऑल्सो न्यू संस्कृत एंड बंगाली लैंग्वेज, फिर तो तुसीं लिखदे बंगाल, वो संस्कृत ते बंगाली भाषा भी जानते सन, उसने लैंग्वेज नहीं लिखा। अपनी मर्जी के नाल उत्थे कोई शब्द ज़्यादा वाधू ना लिखो, ठीक है। जिन्ने उसने शब्द लिखा कोशिश करो कि उन्हां शब्दां विच ही तुहाडा काम बन जाए। वो संस्कृत ते बंगाली भी जानते सन, ठीक है। न्यू है सैकेंड फॉर्म है अंग्रेजी भाषा दे विच, पास्ट हुंदा है, तुहानूं पता होवेगा। अंडर वेरीअस पेन नेम, वख-वख उपनामा अधीन, ठीक है। हिस राइटिंग्स, राइटिंग्स हुंदियां हन लिखतां, ठीक है, लिखतां। वर फ्रीक्वेंटली समय समय उत्ते पब्लिश्ड हुंदा है जी, प्रकाशित, ठीक है, प्रकाशित इन डिफरेंट पीरियोडिकल्स ऑफ द कंट्री। तुसीं लिख सकदे हो अंडर वेरीअस पेन नेम्स, वख-वख हुंदा है वेरीअस, या फिर कई भी लिख सकते हो, कई उपनामा अधीन या वख-वख उपनामा अधीन उन्हां दियां लिखतां नूं फ्रीक्वेंटली समय समय उत्ते, ठीक है। एक चीज मैं तुहानूं पिछली वीडियो दे विच भी दस्सी, जे समय समय की थां ते तुसीं दो लिख दोगे ना, तो जो तुहाडा मुलांकन करेगा, चैकिंग करेगा पेपर की, वो गुस्सा कर जाएगा, ठीक है। अजिही गलती नहीं करनी, तुसीं अपने नोट्स दे विच जो मर्जी लिखो, पर हाँ जदों तुसीं परीक्षा दे विच उत्तर लिख रहे हो तो उसनूं बिल्कुल सही तरीके नाल पेश करो अपना उत्तर। तो समय समय उत्ते, इसका मैं दस्सिया सी कोमा क्यों पाया है, ते वखरे या वख-वख रसालियां विच पब्लिश्ड है सी। समय समय वख-वख उपनामा अधीन उन्हां दीयां लिखतां नूं समय समय ते वख-वख रसालियां विच प्रकाशित कीता जांदा सी, ठीक है, प्रकाशित कीता जांदा सी। ते ਇਹ ਹੋਏਗਾ ਜੀ ਇਸ ਦਾ ਉੱਤਰ। ਭਗਤ ਸਿੰਘ ਜੀ ਦੇ ਉੱਤੇ ਅਨੁਵਾਦ ਆਇਆ ਸੀ ਤੇ ਬਹੁਤ ਵਧੀਆ ਅਨੁਵਾਦ ਸੀ। ਮਤਲਬ ਕਿ ਹੁਣ ਤੱਕ ਜੇ ਮੈਨੂੰ ਸਭ ਤੋਂ ਮੇਰਾ ਪਸੰਦ ਵਾਲਾ ਕੋਈ ਅਨੁਵਾਦ ਹੈ, ਜਿੰਨੀਆਂ ਵੀ ਪਿਛਲੇ 10 ਸਾਲਾਂ ਦੇ ਵਿੱਚ ਪ੍ਰੀਖਿਆਵਾਂ ਹੋਈਆਂ ਹਨ, ਇਹ ਮੈਨੂੰ ਸਭ ਤੋਂ ਮਨ ਭਾਉਂਦਾ ਮੇਰਾ ਫੇਵਰਿਟ ਕਹਿ ਸਕਦੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਅਨੁਵਾਦ ਹੈ। ज़्यादा मुश्किल नहीं सी, पर हाँ शब्दावली अजिही बनाई गई सी कि कोई भी विद्यार्थी जो अंग्रेजी भाषा का बहुत वधिया ढंग नाल जानदा है, पंजाबी नहीं जानदा, उस लिए परेशानी हो सकती सी।
ਤੇ ਅੱਜ ਲਈ ਇੰਨਾ ਹੀ 2015 ਦਾ ਉੱਤਰ ਹੈ। ਉਮੀਦ ਕਰਦਾ ਤੁਹਾਨੂੰ ਸਮਝ ਆਇਆ ਹੈ ਸਾਰਾ, ਅਤੇ ਤੁਸੀਂ ਇਹ ਖੁਦ ਵੀ ਲਿਖਿਆ ਹੈ ਇਸ ਨੂੰ, ਤੇ ਆਪਣੇ ਅੰਕ ਤੁਹਾਨੂੰ ਜੇਕਰ 10 ਦੇ ਵਿੱਚੋਂ ਤੁਸੀਂ ਲਿਖ ਰਹੇ ਹੋ ਤੁਹਾਡੀਆਂ 5 ਤੋਂ ਘੱਟ ਗਲਤੀਆਂ ਹੋ ਰਹੀਆਂ ਹਨ, ਬਹੁਤ ਵਧੀਆ ਗੱਲ ਹੈ ਜੀ। ਜੇ ਤੁਸੀਂ 10 ਤੋਂ ਜ਼ਿਆਦਾ ਗਲਤੀਆਂ ਕਰ ਰਹੇ ਹੋ, 5 ਤੋਂ 10 ਗਲਤੀਆਂ ਤੁਸੀਂ ਸੁਧਾਰ ਸਕਦੇ ਹੋ, ਪਰ ਜੇ ਤੁਸੀਂ ਸ਼ਬਦਾਂ ਦੇ ਵਿੱਚ 10 ਤੋਂ ਜ਼ਿਆਦਾ ਗਲਤੀਆਂ ਕਰ ਰਹੇ ਹੋ ਤਾਂ ਇਹ ਬੁਰੀ ਗੱਲ ਹੈ ਜੀ, ਕਿਉਂਕਿ ਮੈਂ ਤੁਹਾਨੂੰ ਝੂਠ ਨਹੀਂ ਬੋਲਾਂਗਾ। ਉਸ ਵਿੱਚ ਸੁਧਾਰ ਕਰੋ ਜਲਦੀ ਤੋਂ ਜਲਦੀ, ਕਿਉਂਕਿ ਕੁਝ ਵਿਦਿਆਰਥੀਆਂ ਦਾ ਵਹਿਮ ਹੈ ਕਿ ਪ੍ਰੀਲੀਮਸ ਪਾਸ ਕਰਨ ਤੋਂ ਬਾਅਦ ਪੰਜਾਬੀ ਸਿੱਖ ਲਵਾਂਗੇ। ਠੀਕ ਹੈ, ਜੇ ਤੁਸੀਂ ਇਹ ਵੀਡੀਓ ਪ੍ਰੀਲੀਮਸ ਤੋਂ ਬਾਅਦ ਵੀ ਦੇਖ ਰਹੇ ਹੋ ਨਾ, ਤਾਂ ਮੈਂ ਤੁਹਾਨੂੰ ਸਲਾਹ ਦੇਵਾਂਗਾ ਜਲਦੀ ਤੋਂ ਜਲਦੀ ਕੋਈ ਵਧੀਆ ਅਧਿਆਪਕ ਲੱਭ ਲਓ ਆਪਣੇ ਲਈ, ਕਿਉਂਕਿ ਜੇ ਤੁਸੀਂ ਸੋਚੋ ਕਿ ਪ੍ਰੀਲੀਮਸ ਤੋਂ ਮੇਨਸ ਦੇ ਵਿੱਚ ਪੰਜਾਬੀ ਬਹੁਤ ਜਲਦੀ ਸਿੱਖ ਜਾਓਗੇ, ਨਹੀਂ, ਤੁਹਾਨੂੰ ਇੱਕ ਅਜਿਹੇ ਅਧਿਆਪਕ ਦੀ ਲੋੜ ਹੈ ਜੋ ਘੱਟ ਤੋਂ ਘੱਟ ਸਮੇਂ ਦੇ ਵਿੱਚ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦੇ ਸਕੇ ਤੇ ਤੁਹਾਡਾ ਉਸ ਨਾਲ ਫਾਇਦਾ ਬਹੁਤ ਜ਼ਿਆਦਾ ਹੋਵੇਗਾ। ਠੀਕ ਹੈ, ਤੇ ਅੱਜ ਲਈ ਇੰਨਾ ਹੀ। ਉਮੀਦ ਕਰਦਾ ਦੀਵਾਲੀ ਤੁਹਾਡੀ ਸਾਰਿਆਂ ਦੀ ਬਹੁਤ ਵਧੀਆ ਰਹੀ ਹੈ। ਸਾਰੇ ਆਪਣਾ ਧਿਆਨ ਰੱਖਿਓ ਜੀ। ਭਾਈ ਦੂਜ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਸਤਿ ਸ਼੍ਰੀ ਅਕਾਲ ਜੀ।